मैं हर प्लेटफॉर्म ते कहना मैं कला कुछ भी नहीं कर सकता। मेरे कले दे नाल मुल्क दे विच 2% भी तब्दीली नहीं आन लगी, लेकिन मेरे छोटे जे दावियां दे नाल इस टाइम ते जिमीदार नूं औजार अच्छे तकरीबन मिलना शुरू हो गए ने। बिल्कुल जी, ठीक हो गया। उस तो बाद कलर क्वालिटी मैनू महसूस होया कि कलर क्वालिटी पहले दी निस्बत अज तो 2 साल पहले जाओगे तो कलर होर चीज़ों होंदे सन, इस टाइम ते कलर क्वालिटी बहुत अच्छी। फिर वेखो ना जी अपना वाला साहब एक चीज़ नूं अच्छा खूबसूरत बना लई साडी मेहनत वधदी है, साडी उहदे उत्ते वर्कर दे चार्जिस भी वधदे ने, साडा टाइम भी लगदा है। हुण ये जिहड़े काबले सारे लगे ने ये पेंट दे विच पेंट हो जांदे ने, उस तो बाद काबले सारे ही खुलदे ने, खुल के ते दोबारा फिटिंग हुंदी है। हुण देखो सारा ये काबला सिल्वर रंग नहीं लगा इनू, ये मुकम्मल केडीएम होया है ते ये हर चीज़ जिथे जिथे काबला तुहानू नज़र आएगा सारा केडीएम लगा होएगा। इस मॉडल नू कितनी पावर चाहिदी है, ਇਹਦੇ ਵਿੱਚ ਕਿੰਨਾ ਕਰੰਟ ਜਾਏਗਾ, ਇਹਨੂੰ ਪੈਪ ਕਿਹੜਾ ਇਸਤੇਮਾਲ ਹੋਇਆ, ਇਹਦਾ ਕਿੰਨਾ ਵਜ਼ਨ ਹੈ, ਇਹਦੀ ਹੁੱਕ ਦੇ ਵਿੱਚ ਕਿੰਨੀਆਂ ਐਡਜਸਟਾਂ ਨੇ, ਇਹਨੂੰ ਮੁਕੰਮਲ ਇੱਥੇ ਬਰੀਫ ਕੀਤਾ। ਸਭ ਤੋਂ ਪਹਿਲੇ ਤਾਂ ਸਾਡੀ ਜਿਹੜੀ ਬੁਕਿੰਗ ਹੈ ਭਾਈ ਵਾਲਾ ਜੀ, ਉਹ ਸਾਡੀ 80% ਬੁਕਿੰਗ ਆਨਲਾਈਨ ਹੁੰਦੀ ਹੈ ਜੀ ਜੀ। ਔਰ ਅਲਹਮਦੁਲਿਲਾ ਜਿਹੜਾ ਬੰਦਾ ਸਾਡੇ ਕੋਲ ਆ ਰਿਹਾ ਤੇ ਜਿਹੜਾ ਬੰਦਾ ਸਾਡੇ ਕੋਲ ਆਨਲਾਈਨ ਬੁੱਕ ਕਰਾ ਰਿਹਾ ਉਹਨੂੰ ਚੀਜ਼ ਦਾ ਸਟੈਂਡਰਡ ਸੇਮ ਮਿਲੇਗਾ। ये मैं तुहाडे राहीं जिहड़ा वादा करना। अस्सलाम वालेकुम दोस्तों, अपना चैनल पीके यूट्यूब चैनल च खुश आमदीद दोस्तों। अज असीं मौजूद हाँ जी जिला फैसलाबाद दे विच मल्टी लेज़र 2025 मॉडल इहदे विच साजिद भाई हुणां जी मजीद इहदे विच तब्दीलियां कर दित्तियां ने। अज दी वीडियो बहुत खास है, साजिद भाई नाल गलबात करांगे कि कदों तो लेज़र बनाउणा इन्हां शुरू कीता सी ते किहड़े मॉडल ने ते किवें इन्हां ने लेज़र बनाउण वाले इन्हां दा ज़हन माइंड आया है ਤੇ ਜਿਹੜਾ ਹੁਣ 2000 ਹਰ ਸਾਲ ਕੋਈ ਨਾ ਕੋਈ ਨਵੀਂ ਜਿੱਦਤ ਲੈ ਕੇ ਆਉਂਦੇ ਨੇ। ਇਹ ਤੇ ਮੁਕੰਮਲ ਜੀ ਅੱਜ ਦੀ ਵੀਡੀਓ ਦੇ ਵਿੱਚ ਮੁਕੰਮਲ ਡਿਟੇਲ ਲਾਂਗੇ। ਸਾजिद ਭਾਈ ਸਾਡੇ ਨਾਲ ਮੌਜੂਦ ਨੇ ਜੀ, ਇਹਨਾਂ ਨਾਲ ਗੱਲਬਾਤ ਕਰਦੇ ਆਂ। अस्सलाम वालेकुम जी। जी वालेकुम सलाम वाला साहब, क्या हाल है जी, ठीक हो? शुक्र अल्लाह पाक दा। साजिद भाई तो ये सुनाओ। अल्हम्दुलिल्लाह जी। साजिद भाई सब तो पहला तो ये दसो 2025 मॉडल ਦੇ ਵਿੱਚ ਤੁਸੀਂ ਫੇਰ ਮਜ਼ੀਦ ਤਬਦੀਲੀਆਂ ਕੀਤੀਆਂ ਨੇ, ਇਹ ਗੱਲ ਕਰਾਂਗੇ। ਸਾਡਾ ਮੇਨ ਮੁੱਦਾ ਇਹ ਹੈ ਜੀ। ਬਿਲਕੁਲ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਚਾਹਾਂਗਾ ਕਿ ਤੁਸੀਂ ਸਾਨੂੰ ਕੋਈ ਪਿਛਲੀ ਹਿਸਟਰੀ ਦੱਸੋ ਕਿ ਕਦੋਂ ਤੁਸੀਂ ਇਹ ਲੇਜ਼ਰ ਸ਼ੁਰੂ ਕੀਤਾ, ਕਿਵੇਂ ਕਦਮ ਰੱਖਿਆ ਲੇਜ਼ਰ ਇੰਡਸਟਰੀ ਦੇ ਵਿੱਚ। ਲੇਜ਼ਰ ਦੀ ਫੀਲਡ ਦੇ ਨਾਲ ਆਪਣਾ ਅਟੈਚਮੈਂਟ ਆਪਣੀ 2013 ਤੋਂ ਸੀ ਜੀ, ਤੇ ਜਦੋਂ ਪ੍ਰੋਪਰ ਕੰਮ ਸਟਾਰਟ ਕੀਤਾ 2017 ਦੇ ਵਿੱਚ ਕੀਤਾ ਸੀ ਜੀ। ਠੀਕ ਹੋ ਗਿਆ ਜੀ। ਤੇ 17 ਤੋਂ ਬਾਅਦ ਉਹੀ ਜਿਹੜਾ ਰਵਾਇਤੀ ਲੇਜ਼ਰ ਹੈ ਉਹੀ ਬਣਦਾ ਸੀ ਜੀ, ਤੇ ਪੂਰੇ ਪਾਕਿਸਤਾਨ ਤੇ ਜਿਹੜਾ ਚੱਲਦਾ ਸੀ ਜੀ। ਤੇ ਜਦੋਂ 2021-22 ਦੇ ਵਿੱਚ ਥੋੜਾ ਜਿਹਾ ਜ਼ੇਨ ਚੇਂਜ ਹੋਇਆ ਕਿ ਯਾਰ ਆਪਣਾ ਪੂਰੀ ਦੁਨੀਆ ਤੇ ਟੈਕਨੋਲੋਜੀ ਇਹ ਵਾਲੀ ਨਹੀਂ ਚੱਲਦੀ, ਲੇਜ਼ਰ ਦੇ ਡਿਜ਼ਾਈਨ ਮੁਖਤਲਫ ਨੇ ਜੀ, ਤੇ ਅਸੀਂ ਉਹੀ ਰਵਾਇਤੀ ਡਿਜ਼ਾਈਨ ਹੀ ਚਲਾਏ ਨੇ ਬੜੇ ਹੀ ਸਾਲਾਂ ਤੋਂ, 25-30 ਸਾਲਾਂ ਤੋਂ ਪਿੱਛੇ ਜਾਈਏ ਨਾ, ਤੇ ਇੱਕੋ ਹੀ ਸਟਾਈਲ ਚੱਲ ਰਿਹਾ ਸੀ ਲੇਜ਼ਰ ਦਾ। ਉਹਦੇ ਉੱਤੇ ਅਸੀਂ ਵਰਕਿੰਗ ਫਿਰ ਸ਼ੁਰੂ ਕੀਤੀ ਸੀ। ਪਹਿਲਾ ਲੇਜ਼ਰ ਅਸੀਂ ਸਟਾਰਟ ਕੀਤਾ ਤਕਰੀਬਨ 2 ਤੋਂ 2.5 ਸਾਲ ਲੱਗੇ ਉਹਨੂੰ ਕੰਪਲੀਟ ਹੋਣੇ 'ਚ। ਠੀਕ ਹੈ। ਉਹਦੀ R&D ਮੁਕੰਮਲ ਜਿਹੜਾ ਨਾ ਰਿਸਰਚ ਦੇ ਨਾਲ ਅਸੀਂ ਉਹਨੂੰ ਡਿਜ਼ਾਈਨ ਕਰਦੇ ਰਹੇ ਆਹਿਸਤਾ ਜੀ, ਤੇ ਜਿਹਦੇ ਨਾਲ ਢੇਰ ਸਾਰੀ ਮਾਲੀਅਤ ਵੀ ਖਰਚ ਹੋਈ ਸਾਡੀ, ਪੈਸੇ ਵੀ ਢੇਰ ਸਾਰੇ ਲੱਗੇ। ਮਤਲਬ ਕਿ ਅੱਜ ਦੇ 5 ਲੇਜ਼ਰਾਂ ਦੇ ਬਰਾਬਰ ਕੀਮਤ ਸ਼ਾਇਦ ਉਹਦੇ ਉੱਤੇ ਲੱਗੀ ਹੋਏਗੀ ਜਾਂ ਵੱਧ ਲੱਗੀ ਹੋਏਗੀ। ਕਿਹੜਾ ਲੇਜ਼ਰ ਮੈਂ ਦੁਬਾਰਾ ਪੁੱਛਣਾ ਚਾਹਾਂਗਾ? ਉਹ ਹੱਲ ਵਾਲਾ ਲੇਜ਼ਰ ਜਿਹੜਾ ਉੱਥੇ ਨੀਲੇ ਕਲਰ ਦਾ ਖੜਾ ਹੈ, ਜਿਹੜਾ ਆਪਾਂ ਸੇਲ ਨਹੀਂ ਕਰਨਾ। ਅੱਛਾ ਜੀ। ਅੱਜ ਉਹਦੇ ਉੱਤੇ ਢੇਰ ਸਾਰਾ ਵਰਕ ਹੋਇਆ ਸੀ ਆਪਣਾ, ਤੇ ਉਹਦੇ ਨਾਲ ਦਿਲ ਲੱਗੀ ਹੋ ਗਈ ਸੀ। ਉਹਨੂੰ 2.5-3 ਸਾਲ ਵੇਂਦੇ ਰਹੇ ਸਾਂ ਬਾਰ-ਬਾਰ। ਅੱਛਾ। ਤੇ ਉਹਦੇ ਨਾਲ ਸਾਨੂੰ ਪਿਆਰ ਹੋ ਗਿਆ ਸੀ। ਉਹ ਵਾਲਾ ਲੇਜ਼ਰ ਜਦੋਂ ਅਸੀਂ ਪਹਿਲਾਂ ਤਿਆਰ ਕੀਤਾ, ਉਸ ਤੋਂ ਬਾਅਦ ਆਪਣਾ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਨੇ ਰਿਕੁਆਇਰਮੈਂਟ ਦੇਣੀ ਸ਼ੁਰੂ ਕਰਤੀ ਆਪਦੀ। ਮਤਲਬ ਸਾਡਾ ਇੰਨੀ ਹੱਦ ਤੱਕ ਮਾਡਲ ਵਧਾਉਣ ਦਾ ਜ਼ੇਨ ਨਹੀਂ ਸੀ ਸਾਨੂੰ, ਸਾਡੇ ਜ਼ਿਮੀਂਦਾਰ ਫਾਰਮਰ ਨੇ ਫਿਰ ਅੱਗੇ ਸਾਨੂੰ ਮਜ਼ੀਦ ਵਧਣ ਤੇ ਜਿਹੜਾ ਨਾ ਉਹ ਮਜਬੂਰ ਕੀਤਾ। ਬਿਲਕੁਲ। ਜਿਹਦੇ ਨਾਲ ਅਸੀਂ ਫਿਰ ਮਾਡਲ ਇਸ ਟਾਈਮ ਤੇ 4 ਤੋਂ 5 ਮਾਡਲ ਨੇ ਜਾਂ ਜ਼ਿਆਦਾ ਮਾਡਲ ਨੇ। ਠੀਕ ਹੈ ਜੀ। ਮੈਂ ਤਕਰੀਬਨ ਤੁਹਾਨੂੰ ਦੱਸਣਾ, ਪਹਿਲੇ ਜਿਹੜੇ ਸਾਦਾ ਮਾਡਲ ਨੇ 2 ਤਰ੍ਹਾਂ ਦੇ ਉਹ ਆ ਜਾਂਦੇ ਨੇ ਸਾਡੇ ਕੋਲ। ਉਸ ਤੋਂ ਬਾਅਦ ਸਿੰਪਲ ਦੇ ਵਿੱਚ ਇੱਕ ਮਾਡਲ ਆ ਜਾਂਦਾ ਜੇ, ਫਿਰ ਚੌਥੇ ਨੰਬਰ ਤੇ ਇਹਦੇ ਵਿੱਚ ਕਲਟੀਵੇਟਰ ਆ ਜਾਂਦਾ ਜੇ, ਫਿਰ 5ਵੇਂ ਨੰਬਰ ਤੇ ਐਕਸਟੈਂਡੇਬਲ ਆ ਜਾਂਦਾ ਜੇ, ਫਿਰ 6ਵੇਂ ਨੰਬਰ ਤੇ ਕੰਬੋ ਮਾਡਲ ਸਾਡਾ ਐਕਸਟੈਂਡੇਬਲ 6 ਟਾਇਰ ਵਿਦ ਕਲਟੀਵੇਟਰ ਦੇ ਨਾਲ ਆ ਜਾਂਦਾ ਜੀ। ਜੀ। ਇਹ ਸਾਡੀ ਰਿਕੁਆਇਰਮੈਂਟ ਜ਼ਮੀਂਦਾਰ ਨੇ ਸਾਨੂੰ ਬਣਵਾਈ ਹੈ ਕਿ ਤੁਸੀਂ ਇਸ ਤਰ੍ਹਾਂ ਸਾਨੂੰ ਚਾਹੀਦੇ ਨੇ ਲੇਜ਼ਰ। ਫਿਰ ਇਹ ਅਸੀਂ ਪਹਿਲੇ ਹੱਲ ਵਾਲਾ ਤਿਆਰ ਕੀਤਾ, ਫਿਰ ਸਾਨੂੰ ਕਸਟਮਰ ਨੇ ਕਿਹਾ ਵੀ ਸਾਨੂੰ ਹੱਲ ਨਹੀਂ ਚਾਹੀਦਾ, ਕਿਸੇ ਬੰਦੇ ਨੂੰ ਕਿਸੇ ਨੂੰ ਚਾਹੀਦਾ, ਕਿਸੇ ਨਹੀਂ ਚਾਹੀਦਾ। ਫਿਰ ਅਸੀਂ ਹੱਲ ਮੈਨੇਜ ਕਰਕੇ ਵੀ ਇੱਕ ਮਾਡਲ ਬਣਾਇਆ ਆਪਸ਼ਨਲ, ਤੇ ਫਿਰ ਲੇਜ਼ਰ ਜਿਹੜਾ ਨਾ ਅਸੀਂ ਆਪਣਾ ਐਕਸਟੈਂਡੇਬਲ ਬਣਾਇਆ 6 ਟਾਇਰ ਵਾਲਾ, ਜਿਹੜਾ ਬਹੁਤ ਜ਼ਿਆਦਾ ਫੇਮਸ ਹੋਇਆ ਸਾਡਾ। ਬਿਲਕੁਲ ਜੀ। ਵੱਡੇ ਫਾਰਮਰ ਜਿਹੜਾ ਨਾ
ਉਹ ਉਹਦੀ ਪ੍ਰੈਫਰ ਕਰਦੇ ਨੇ, ਕਿਉਂਕਿ ਉਹ ਕੰਮ ਨੂੰ ਜਲਦੀ ਨਿਬੇੜਦਾ, ਡੀਜ਼ਲ ਦਾ ਖਰਚ ਵੀ ਉਹਦਾ ਕੰਮ ਹੈ। ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਖੁੱਲਣ ਮਿਲਣ ਵਾਲੀ ਆਪਸ਼ਨ ਹੈ ਉਹ ਬਿਹਤਰੀਨ ਹੈ। ਅਗਰ ਟਰੈਕਟਰ ਛੋਟਾ ਹੋਏਗਾ, ਤੁਹਾਡੇ ਕੋਲ 55 ਹਾਰਸ ਪਾਵਰ 65 ਹਾਰਸ ਪਾਵਰ ਤੇ ਤੁਸੀਂ ਉਹਨੂੰ ਬੰਦ ਕਰਕੇ ਵੀ ਚਲਾ ਸਕਦੇ ਹੋ। ਅਗਰ ਮਿੱਟੀ ਜ਼ਿਆਦਾ ਤੁਹਾਡੇ ਕੋਲ ਤੇ ਤੁਸੀਂ ਉਹਦਾ ਪਹਿਲਾ ਰੰਬੜ 8-9 ਫੁੱਟ ਤੇ ਚਲਾ ਸਕਦੇ ਹੋ, ਫਿਰ ਦੂਸਰਾ ਰੰਬੜ ਜਿਹੜਾ 12 ਫੁੱਟ ਤੇ ਚਲਾ ਸਕਦੇ ਹੋ। ਉਸ ਤੋਂ ਬਾਅਦ ਆਰਪੀਐਮ ਤੇਜ਼ ਤੇ ਉਹ ਚੱਲਦਾ ਜੇ। ਵੱਡੇ ਫਾਰਮਰ ਨੂੰ ਇਸ ਲਈ ਉਹ ਫਾਇਦੇ 'ਚ ਤਕਰੀਬਨ ਉਹ 3 ਤੋਂ 4 ਏਕੜ 1 ਘੰਟੇ ਦੇ ਵਿੱਚ ਕਰ ਜਾਂਦਾ। ਬਿਲਕੁਲ ਸਾਡੇ ਫਾਰਮਰ ਨੇ ਦੱਸਿਆ। ਫਿਰ ਜਦੋਂ ਅਸੀਂ ਉਹ ਤਿਆਰ ਕੀਤਾ ਤੇ ਕੁਝ ਲੋਕ ਸਾਡੇ ਕੋਲ ਸਿੰਧ ਦੇ ਆਏ, ਉਹਨਾਂ ਕਿਹਾ ਠੀਕ ਹੈ ਸਾਨੂੰ ਚਾਹੀਦਾ ਲੇਜ਼ਰ ਐਕਸਟੈਂਡੇਬਲ ਚਾਹੀਦਾ ਹੈ, ਲੇਕਿਨ ਸਾਨੂੰ ਨਾਲ ਹਲ ਦਾ ਵੀ ਸ਼ੌਕ ਹੈ। ਅੱਛਾ ਜੀ। ਫਿਰ ਅਸੀਂ ਉਹ ਵਾਲਾ ਮਾਡਲ ਐਕਸਟੈਂਡੇਬਲ 6 ਟਾਇਰ ਉਹਦੇ ਵਿੱਚ ਹਲ ਵੀ ਅਟੈਚ ਕੀਤਾ ਸਰ। ਠੀਕ ਹੋ। ਤੇ ਇਸ ਤਰ੍ਹਾਂ ਸਾਡੇ ਕੋਲ ਹੁਣ ਢੇਰ ਸਾਰੀ ਆਪਸ਼ਨ ਬਣ ਗਈ ਹੈ। ਮਤਲਬ ਕਿ ਸਾਡਾ ਕੋਈ ਵੀ ਫਾਰਮਰ ਥੋੜੇ ਪੈਸਿਆਂ ਵਾਲਾ ਉਹਨੂੰ ਥੋੜੇ ਪੈਸਿਆਂ ਦਾ ਮਿਲ ਜਾਏਗਾ। ਅਗਰ ਉਹ ਅੱਗੇ ਅੱਗੇ ਤਰੱਕੀ ਵਾਲੀ ਸਾਈਡ ਤੇ ਆਉਂਦਾ ਜਾਂ ਜਿੱਦਤ ਵੱਲ ਆਉਂਦਾ ਤੇ ਉਹਦੇ ਕੋਲ ਸਾਡੇ ਕੋਲ ਆਪਸ਼ਨ ਹੈ 6-7 ਮਾਡਲਾਂ ਦੀ। ਉਹ ਕੋਈ ਵੀ ਸਾਡੇ ਕੋਲ ਪਹੁੰਚੇ, ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹਨੂੰ ਲੇਜ਼ਰ ਮਿਲ ਜਾਏਗਾ। ਸਾਜਿਦ ਭਾਈ, ਤੁਹਾਡਾ ਜਿਵੇਂ ਇਲਾਕਾ ਵੀ ਵੱਡੇ ਜ਼ਿਮੀਂਦਾਰਾਂ ਵਾਲਾ ਜਪਾਲਪੁਰ ਦੇ ਵਿੱਚ ਤਕਰੀਬਨ ਵੱਡੇ ਜ਼ਿਮੀਂਦਾਰ ਨੇ ਉੱਧਰ। ਬਿਲਕੁਲ ਇਸ ਤਰ੍ਹਾਂ। ਤੇ ਜ਼ਿਆਦਾਤਰ ਮੈਨੂੰ ਲੱਗਦਾ ਫੀਲਡ 'ਚ ਵੀ ਤੁਸੀਂ ਉੱਧਰ ਹੀ ਚੈਕਿੰਗ ਕਰ ਲੈਂਦੇ ਹੋ, ਟਰਾਇਲ ਵਗੈਰਾ ਸਾਰੇ? ਸਰ ਸਾਡੇ ਗਿਰਦੋਨਵਾਦ ਦੇ ਇਲਾਕੇ ਦੇ ਵਿੱਚ ਢੇਰ ਸਾਰੇ ਲੇਜ਼ਰ 6 ਟਾਇਰ ਵਾਲੇ ਵੀ ਚੱਲ ਰਹੇ ਨੇ, ਕਲਟੀਵੇਟਰ ਹਲ ਵਾਲੇ ਵੀ ਚੱਲ ਰਹੇ ਨੇ, ਸਿੰਪਲ ਵੀ ਚੱਲ ਰਹੇ ਨੇ। ਟੈਸਟਿੰਗ ਦਾ ਤਾਂ ਕੋਈ ਇਸ਼ੂ ਨਹੀਂ, ਜਾਂ ਫੀਡਬੈਕ ਦਾ ਇਸ਼ੂ ਹੀ ਕੋਈ ਨਹੀਂ। ਅਸੀਂ ਆਪਦੇ ਸ਼ਹਿਰ ਤੋਂ ਨਿਕਲਾਂਗੇ ਵਰਕਸ਼ਾਪ ਤੋਂ ਤਕਰੀਬਨ 2.5 ਕਿਲੋਮੀਟਰ ਦੇ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸਾਨੂੰ 4-5-10 ਲੇਜ਼ਰ ਮਿਲ ਜਾਂਦੇ ਨੇ। ਤੇ ਵਾਕਈ ਗੱਲ ਇਹ ਤੁਹਾਡੀ ਬਿਲਕੁਲ ਠੀਕ ਹੈ। ਸਾਡਾ ਇਲਾਕਾ ਜਿਹੜਾ ਆਲੂ ਦੀ ਕਾਸ਼ਤਕਾਰ ਹੈ ਜ਼ਿਆਦਾ ਜੀ ਜੀ। ਤੇ ਉਸ ਤੋਂ ਬਾਅਦ ਸਾਡੇ ਇਲਾਕੇ ਦੇ ਵਿੱਚ ਲੇਜ਼ਰ ਸਾਲ ਵਿੱਚ ਨਹੀਂ ਹੁੰਦਾ। ਸਾਡੇ ਇਲਾਕੇ ਦੇ ਵਿੱਚ ਲੇਜ਼ਰ 3 ਮਹੀਨਿਆਂ ਬਾਅਦ ਹੀ ਚੱਲਦਾ ਹੈ। ਬਿਲਕੁਲ। ਸਾਡੇ ਇਲਾਕੇ ਦੇ ਵਿੱਚ ਲੇਜ਼ਰ ਦੀ ਬਹੁਤ ਜ਼ਿਆਦਾ ਇਸਤੇਮਾਲ ਹੈ। ਉਹਦੇ ਵਿੱਚ ਜਿਹੜਾ ਸਾਡੀ ਜ਼ਿਆਦਾ ਉੱਥੇ ਆਪਣਾ ਦੀਪਾਲਪੁਰ ਦੇ ਏਰੀਏ ਦੀ ਸੇਲ ਸਭ ਤੋਂ ਜ਼ਿਆਦਾ ਸਾਡੀ 6 ਟਾਇਰ ਵਾਲੇ ਲੇਜ਼ਰ ਦੀ। ਕਿਉਂਕਿ ਰਕਬੇ ਹੀ ਉਧਰ ਜ਼ਿਆਦਾ ਨੇ, ਜ਼ਿਆਦਾਤਰ ਟਰੈਕਟਰ ਵੀ ਵੱਡੇ ਉਧਰ ਹੀ ਵੇਖੇ ਜਾਂਦੇ ਨੇ, ਜਿੰਨੇ ਵੀ ਜ਼ਿਆਦਾ ਹਾਰਸ ਪਾਵਰ ਵਾਲੇ ਹੁੰਦੇ ਨੇ। ਬਿਲਕੁਲ। ਵੱਡੇ ਜ਼ਿਮੀਂਦਾਰ ਨੇ ਫਿਰ ਵੱਡੇ ਹਜ਼ਾਰ ਚਾਹੀਦੇ ਨੇ, ਉਹਨਾਂ ਦੇ ਪਿੱਛੇ ਵੱਡੇ ਲੇਜ਼ਰ ਵੀ ਚਾਹੀਦੇ। ਬਿਲਕੁਲ ਇਸ ਤਰ੍ਹਾਂ। ਤੇ ਸਾਜਿਦ ਭਾਈ, ਅਸੀਂ ਆਵਾਂਗੇ ਹੁਣ ਮੇਨ ਗੱਲ ਤੇ। 2025 ਮਾਡਲ ਦੇ ਵਿੱਚ ਤੁਸੀਂ ਮਜ਼ੀਦ ਫੇਰ ਤਬਦੀਲੀ ਕਰ ਦਿੱਤੀ ਹੈ। ਹੁਣ ਇਹ 8 ਫੁੱਟ ਹੈ ਜੀ ਇਸ ਟਾਈਮ, 4 ਟਾਇਰਾਂ ਵਾਲਾ ਜੀ। 4 ਟਾਇਰਾਂ। ਇਹਦੇ ਵਿੱਚ ਮਜ਼ੀਦ ਤੁਸੀਂ ਐਚ ਦੇ ਵਿੱਚ ਚੇਂਜ ਕੀਤੀ ਹੈ ਜੀ। ਐਚ ਦੇ ਵਿੱਚ ਅਸੀਂ ਇਹਦੇ ਵਿੱਚ ਕਾਫੀ ਜ਼ਿਆਦਾ ਸਾਰੀ ਤਬਦੀਲੀ ਕੀਤੀ ਹੈ। ਪਹਿਲੇ ਨੰਬਰ ਤੇ ਅਸੀਂ ਮਜ਼ਬੂਤ ਤਰੀਨ ਹਬ ਸਿਸਟਮ ਲਗਾਇਆ। ਠੀਕ ਹੈ। ਇਹ ਲਾਈਫ ਟਾਈਮ ਇਨਸ਼ਾਅੱਲਾ ਚੱਲੇਗਾ ਜੀ। ਅੱਛਾ। ਇਹਦੇ ਵਿੱਚ ਬੜੀ ਗੋਲੀ ਦਾ ਬੈਰਿੰਗ ਹੈ ਔਰ ਇਹਦਾ ਜਿਹੜੀ ਆ ਸ਼ਾਫਟ ਇਸਤੇਮਾਲ ਹੋਈ ਹੈ ਠੋਸ ਲੋਹੇ ਦੀ ਹੈ। ਮਤਲਬ ਕਿ ਰੂਟਾਵੈਟਰ ਦੀ ਪੌਣੀ ਵੀ ਇਹਦੀ ਬਣਦੀ ਹੈ। ਠੀਕ ਹੈ। ਤੇ ਜਿੱਥੇ ਉਹਨੂੰ ਰੂਟਾਵੈਟਰ ਬਹੁਤ ਸਪੀਡ ਨਾਲ ਚੱਲਦਾ ਹੈ, ਉਹਨੂੰ ਅਗਰ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਤੇ ਇੱਥੇ ਫਿਰ ਲਾਈਫ ਟਾਈਮ ਚੱਲੇਗਾ। ਉਸ ਤੋਂ ਬਾਅਦ ਪਹਿਲੇ ਜਿਹੜੀ ਸਾਡੀ ਹੱਬ ਹੁੰਦੀ ਸੀ, ਉਹ ਸਾਡੀ ਮੈਨੂਅਲ ਆਪਣੀ ਖਰਾਦ ਦੀ ਤਿਆਰ ਕੀਤੀ ਹੁੰਦੀ ਸੀ। ਉਹਦੇ ਵਿੱਚ ਬੈਰਿੰਗ ਦਾ ਤੇ ਸੀਲ ਦਾ ਕਾਫੀ ਜ਼ਿਆਦਾ ਇਸ਼ੂ ਆਉਂਦਾ ਸੀ। ਕਸਟਮਰ ਨੂੰ ਨਾ ਆਪਣਾ ਉਹਨਾਂ ਦੇ ਮੁਤਾਬਕ ਇਲਾਕੇ 'ਚੋਂ ਨਹੀਂ ਮਿਲਦਾ ਸੀ ਸਮਾਨ, ਤੇ ਉਹ ਥੋੜੀ ਜਿਹੀ ਦਿੱਕਤ ਹੁੰਦੀ ਸੀ, ਪਰੇਸ਼ਾਨੀ ਹੁੰਦੀ ਸੀ। ਉਹਦੇ ਵਿੱਚ ਆ ਕੇ ਅਸੀਂ ਇਸ ਟਾਈਮ ਤੇ 85 ਟਰੈਕਟਰ 72 ਵਾਲੀ ਹੱਬ ਇਸਤੇਮਾਲ ਕੀਤੀ ਹੈ। ਵੈਰੀ ਗੁੱਡ। ਉਹਦੇ ਨਾਲ ਸੀਲ ਵੀ ਉਹ ਇਸਤੇਮਾਲ ਹੋ ਰਹੀ ਹੈ। ਸਾਡੇ ਕਸਟਮਰ ਨੂੰ ਹਰ ਚੌਕ ਤੋਂ ਉਹ ਸਮਾਨ ਮਿਲ ਜਾਏਗਾ। ਫਿਰ ਸਾਡਾ ਪਹਿਲੇ ਜਿਹੜਾ ਰਿਮ ਸੀ ਉਹ ਆਪਣਾ ਤਿਆਰ ਕੀਤਾ ਸੀ ਸਾਡਾ ਆਪਣਾ, ਉਹਨੂੰ ਅਸੀਂ ਚੇਂਜ ਕਰਕੇ ਤੇ ਉਹ ਵੀ ਅਸੀਂ ਮਿਲਤ ਦਾ ਹੀ ਲੈ ਕੇ ਚਲੇ ਗਏ। ਇਸ ਟਾਈਮ ਤੇ ਟੋਟਲ ਟਰੈਕਟਰ ਦਾ ਹੀ ਰਿਮ ਹੈ, ਟਰੈਕਟਰ ਦਾ ਹੀ ਹੱਬ ਹੈ ਤੇ ਟਾਇਰ ਵੀ ਟਰੈਕਟਰ ਵਾਲਾ ਹੀ ਲੱਗਿਆ ਹੈ 10 ਫਲਾਈ ਦਾ ਤੇ ਉਸ ਤੋਂ ਹਟ ਕੇ ਸਪੋਰਟਿੰਗ ਜੈਕ ਹੀ ਹੈ। ਉਸ ਤੋਂ ਬਾਅਦ ਇਹਨੂੰ ਠੋਸ ਸ਼ਾਫਟਾਂ ਦੇ ਵਿੱਚ ਲੈ ਕੇ ਆਏ ਅਸੀਂ। ਤੇ ਉਸ ਤੋਂ ਬਾਅਦ ਜਿਹੜੀ ਅਗਲੀ ਮੇਜਰ ਤਬਦੀਲੀ ਦਿੱਤੀ, ਅਸੀਂ ਇੱਥੇ ਇਹਦੀ ਐਡਜਸਟਮੈਂਟ ਮੁਕੰਮਲ ਰੱਖ ਦਿੱਤੀ ਹੈ। ਕੋਈ ਵੀ ਕਸਟਮਰ ਪਰੇਸ਼ਾਨ ਨਹੀਂ ਹੋਏਗਾ। ਅਗਰ ਉਹਨੂੰ ਬੰਨਾ ਖਿੱਚਣਾ ਪੈਂਦਾ ਹੈ ਜਾਂ ਉਹਨੂੰ ਬੰਨੇ ਤੋਂ ਜ਼ਿਆਦਾ ਮਿੱਟੀ ਹੈ ਬਹੁਤ ਜ਼ਿਆਦਾ, ਤੇ ਉਹ ਇੱਥੋਂ ਇਹਨੂੰ ਸਲੋਪ ਦੇ ਕੇ ਤੇ ਬੰਨੇ ਦੀ ਖਿਚਾਈ ਵੀ ਕਰ ਸਕਦਾ ਜੀ। ਉਸ ਤੋਂ ਬਾਅਦ ਉੱਚਾ ਨੀਵਾਂ ਸਾਈਡ ਹੁੰਦੀ ਹੈ ਨਾ, ਤੇ ਉਹਨੂੰ ਥੱਲੋਂ ਕਾਬਲੇ ਟਾਈਟ ਕਰੇਗਾ ਤੇ ਸਾਈਡ ਪੂਰੀ ਹੋ ਜਾਏਗੀ। ਉਸ ਤੋਂ ਬਾਅਦ ਅਸੀਂ ਬਾਕਸ ਦਾ 4 ਇੰਚ ਸਾਈਜ਼ ਵਧਾਇਆ ਸੀ। ਅੱਛਾ ਜੀ। ਇਹਦੇ ਸਾਡਾ ਪਹਿਲੇ ਵੀ ਆ ਜਾਂਦਾ ਸੀ ਟਰਾਂਸਮੀਟਰ ਵਗੈਰਾ, ਲੇਕਿਨ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਇਹਦੇ ਵਿੱਚ ਕੋਈ ਬਿਸਤਰ ਵਗੈਰਾ ਵੀ ਰੱਖਣਾ ਪੈ ਜਾਂਦਾ ਕੈਰੇਜ ਵਾਲੇ ਬੰਦਿਆਂ ਨੂੰ ਜੀ ਜੀ, ਤੇ ਉਹਨਾਂ ਨੇ ਇਹਦੇ ਵਿੱਚ ਅਸੀਂ ਫਿਰ 4 ਇੰਚ ਦਾ ਸਾਈਜ਼ ਵਧਾਇਆ। ਪਹਿਲੇ ਅਸੀਂ ਜਿਹੜੀ ਆਪਣਾ ਟਾਪ ਲਿੰਕ ਹੈ ਇੱਕ ਇਸਤੇਮਾਲ ਕੀਤੀ ਸੀ ਜੀ ਜੀ। ਹੁਣ ਅਸੀਂ ਟਾਪ ਲਿੰਕ 2 ਇਸਤੇਮਾਲ ਕਰਦੇ ਪਏ ਤਾਂ ਕਿ ਮਜ਼ਬੂਤੀ ਵੱਧ ਜਾਏਗੀ ਤੇ ਇਹਨੂੰ ਔਕੜੂ ਸੇਵਾ ਕਰਨ 'ਚ ਵੀ ਆਸਾਨੀ ਹੋ ਜਾਏਗੀ। ਵੈਰੀ ਗੁੱਡ। ਤੇ ਨਾਲ ਘੋੜਾ ਵੀ ਲਾ ਰਹੇ ਹੋ? ਘੋੜਾ ਬੜੇ ਸ਼ੌਕ ਦੇ ਨਾਲ ਦੋਸਤ ਨੇ ਇੱਕ ਨੇ ਲਗਵਾਇਆ ਸੀ, ਤੇ 2025 ਦੇ ਵਿੱਚ ਕੁਝ ਛੋਟੀ ਮੋਟੀ ਤਬਦੀਲੀਆਂ ਨਾਲ ਹੋਰ ਵੀ ਕਰਨੀਆਂ ਸਨ, ਤੇ ਫਿਰ ਅਸੀਂ ਮੁਨਾਸਬ ਸਮਝਿਆ, ਸਾਨੂੰ ਆਪ ਨੂੰ ਵੀ ਅੱਛਾ ਲੱਗਿਆ, ਵੈਸੇ ਵੀ ਘੋੜਿਆਂ ਦਾ ਬਹੁਤ ਸ਼ੌਕ ਹੈ, ਤੇ ਉਹ ਫਿਰ ਘੋੜਾ ਵੀ ਲਾ ਦੇਈਦਾ ਨਾਲ। ਜਿਹੜੇ ਬੰਦੇ ਦਾ ਲੇਜ਼ਰ ਹੋਏਗਾ ਉਹਦਾ ਨਾਮ ਵਗੈਰਾ ਵਿੱਚ CNC ਕਟਿੰਗ ਕਰਕੇ ਉਹਦੀ ਕਾਸਟ ਵਗੈਰਾ ਉਹ ਵੀ ਨਾਲ ਅਸੀਂ ਲਿਖਦੇ ਹੀ, ਉਹਨਾਂ ਨੰਬਰ ਵੀ ਲਿਖਿਆ। ਮੈਂ ਹਰ ਪਲੇਟਫਾਰਮ ਤੇ ਕਹਿੰਦਾ ਮੈਂ ਇਕੱਲਾ ਕੁਝ ਵੀ ਨਹੀਂ ਕਰ ਸਕਦਾ।
ਮੇਰੇ ਕਲੇ ਦੇ ਨਾਲ ਮੁਲਕ ਦੇ ਵਿੱਚ 2% ਵੀ ਤਬਦੀਲੀ ਨਹੀਂ ਆਉਣ ਲੱਗੀ, ਲੇਕਿਨ ਮੇਰੇ ਛੋਟੇ ਜਿਹੇ ਦਾਅਵਿਆਂ ਦੇ ਨਾਲ ਇਸ ਟਾਈਮ ਤੇ ਜ਼ਿਮੀਦਾਰ ਨੂੰ ਔਜ਼ਾਰ ਅੱਛੇ ਤਕਰੀਬਨ ਮਿਲਣਾ ਸ਼ੁਰੂ ਹੋ ਗਏ ਨੇ। ਬਿਲਕੁਲ ਜੀ, ਠੀਕ ਹੋ ਗਿਆ। ਉਸ ਤੋਂ ਬਾਅਦ ਕਲਰ ਕੁਆਲਿਟੀ ਮੈਨੂੰ ਮਹਿਸੂਸ ਹੋਇਆ ਕਿ ਕਲਰ ਕੁਆਲਿਟੀ ਪਹਿਲੇ ਦੀ ਨਿਸਬਤ, ਅੱਜ ਤੋਂ 2 ਸਾਲ ਪਹਿਲੇ ਜਾਓਗੇ ਤੇ ਕਲਰ ਹੋਰ ਚੀਜ਼ਾਂ ਨੂੰ ਹੁੰਦੇ ਸਨ, ਇਸ ਟਾਈਮ ਤੇ ਕਲਰ ਕੁਆਲਿਟੀ ਬਹੁਤ ਅੱਛੀ ਹੋ ਰਹੀ ਹੈ ਤੇ ਮੈਂ ਇਸ ਤਰ੍ਹਾਂ ਤਬਦੀਲੀਆਂ ਇਨਸ਼ਾਅੱਲਾ ਕਰਦੇ ਹੀ ਉਹਦੇ ਨਾਲ ਮੈਨੂੰ ਕਾਪੀ ਵਾਲੇ ਦਾ ਕੋਈ ਇਤਰਾਜ਼ ਨਹੀਂ ਜੀ। ਉਹਨੇ ਆਪਣਾ ਖਾਣਾ, ਰਿਜ਼ਕ ਰੱਬ ਨੇ ਜਿਹੜਾ ਦੇਣਾ ਮੈਂ ਆਪਣਾ ਖਾਣਾ ਜੀ, ਮੈਨੂੰ ਕੁਝ ਵੀ ਨਹੀਂ ਹੋਣ ਲੱਗਾ। ਰੱਬ ਦੀ ਜ਼ਾਤ ਬਹੁਤ ਦਿੱਤੀ ਜਾਂਦੀ ਹੈ। ਕਹਿਣ ਦਾ ਮਕਸਦ ਹੈ ਕਿ ਮੇਰੇ ਇੰਨੇ ਦਾਅਵੇ ਦੇ ਨਾਲ ਤਬਦੀਲੀ ਅਗਰ ਜ਼ਿਮੀਂਦਾਰਾਂ ਦੀ ਹੁੰਦੀ ਹੈ ਤੇ ਮੈਨੂੰ ਹੋਰ ਕੀ ਚਾਹੀਦਾ। ਉਸ ਤੋਂ ਬਾਅਦ ਅਸੀਂ ਤਬਦੀਲੀ ਉਸ ਤਰ੍ਹਾਂ ਦੀ ਕਰ ਰਹੇ ਹਾਂ ਜਿਹਦੇ ਵਿੱਚ ਜ਼ਿਮੀਂਦਾਰ ਦੀ ਬਚਤ ਹੋਵੇ। ਸਾਡਾ ਇਹ ਵਾਲਾ ਲੇਜ਼ਰ ਤੁਸੀਂ ਸ਼ਾਇਦ ਫੀਲਡ ਟੈਸਟ ਚੈੱਕ ਕੀਤਾ ਹੋਣਾ, ਇਹ ਵਾਲੇ ਲੇਜ਼ਰ ਦੇ ਅੱਗੇ ਮਿੱਟੀ ਜਿੰਨੀ ਤੋਂ ਜਿੰਨੀ ਆ ਜਾਏਗੀ, ਤੁਹਾਡਾ ਟਰੈਕਟਰ ਗੁੱਡੀ ਵਿਖਾਏਗਾ, ਫੇਰੇਗਾ ਤਾਂ ਅਸੀਂ ਜ਼ਿੰਮੇਦਾਰ ਹਾਂ। ਲੇਜ਼ਰ ਦੀ ਬਕਟ ਦੇ ਉੱਤੋਂ ਮਿੱਟੀ ਕੱਢ ਦਿਓ, ਟਰੈਕਟਰ ਰੁਕੇਗਾ ਨਹੀਂ। ਠੀਕ ਹੈ। ਇੰਜ ਹੀ ਸਾਡਾ 12 ਫੁੱਟ ਦਾ ਲੇਜ਼ਰ 65 HP ਦੇ ਪਿੱਛੇ ਪਾ ਦਿਓ ਤੇ 12 ਫੁੱਟ ਦਾ ਲੇਜ਼ਰ ਚੱਲੇਗਾ। ਬਲਕਿ ਤੁਸੀਂ 65 HP ਤੇ ਉਹਦੀ ਵੀਡੀਓ ਇੱਕ ਲਗਾਈ ਸੀ, ਹੱਲ ਵੀ ਸੀ, ਐਕਸਟੈਂਡੇਬਲ ਲੇਜ਼ਰ ਵੀ ਸੀ 6 ਟਾਇਰ ਵਾਲਾ ਤੇ ਬਿਹਤਰੀਨ ਤਰੀਕੇ ਦੇ ਨਾਲ ਚੱਲ ਰਿਹਾ ਸੀ। ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਹਿਲੇ ਆਪਣਾ ਬਾਕਸ ਸਿੰਪਲ ਲੱਗਿਆ ਹੁੰਦਾ ਸੀ, ਉਹਨੂੰ ਵੀ ਥੋੜਾ ਡਿਜ਼ਾਈਨ ਦੇ ਕੇ ਉਹਦੇ ਚ CNC ਕਟਿੰਗ ਕਰਕੇ ਤੇ ਚਲੋ ਉਹਨੂੰ ਵੀ ਖੂਬਸੂਰਤ ਨਾਲ ਬਣਾਤਾ। ਪੇਂਟ ਕੁਆਲਿਟੀ ਦੇ ਹਵਾਲੇ ਨਾਲ ਤਾਂ ਤੁਹਾਨੂੰ ਪਤਾ ਹੀ ਹੈ, ਨੋ ਕੰਪਰੋਮਾਈਜ਼। ਦੇਖੋ ਜੀ ਇੱਧਰ ਇਸ ਲਈ ਅਸੀਂ ਜ਼ਿਮੀਂਦਾਰ ਨੂੰ ਬਾਰ-ਬਾਰ ਕਹੀਦਾ ਸਾਨੂੰ ਟਾਈਮ ਦਿਓ, ਚੀਜ਼ ਬਣਵਾਣੀ ਹੈ ਅੱਛੀ ਤੇ ਸਾਨੂੰ ਟਾਈਮ ਚਾਹੀਦਾ। ਚੂੰਕਿ ਸਾਰੇ ਲੇਜ਼ਰ ਨੂੰ ਨਈ ਚੱਦਰ ਇਸਤੇਮਾਲ ਕਰੀਦੀ ਤੇ ਵੀ ਥੋੜਾ ਜਿਹਾ ਹਾਰਡ ਮਟੀਰੀਅਲ ਦੇ ਵਿੱਚ ਬਲੇਡ ਬਣਵਾ ਲਈਦਾ ਤਾਂ ਕਿ ਆਪਣਾ ਕੋਈ 4-5 ਸਾਲ ਇੱਕ ਸਾਈਡ ਚੱਲ ਜਾਏ। ਫਿਰ ਡਬਲ ਸਾਈਡ ਹੁੰਦਾ ਕਾਬਲੇ ਖੋਲ ਕੇ ਤੇ ਦੂਸਰੀ ਸਾਈਡ। ਫਿਰ ਵੇਖੋ ਨਾ ਜੀ ਆਪਣਾ ਵਾਲਾ ਸਾਹਿਬ, ਇੱਕ ਚੀਜ਼ ਨੂੰ ਅੱਛਾ ਖੂਬਸੂਰਤ ਬਣਾਉਣ ਲਈ ਸਾਡੀ ਮਿਹਨਤ ਵੱਧਦੀ ਹੈ, ਸਾਡੀ ਉਹਦੇ ਉੱਤੇ ਵਰਕਰ ਦੇ ਚਾਰਜਿਸ ਵੀ ਵੱਧਦੇ ਨੇ, ਸਾਡਾ ਟਾਈਮ ਵੀ ਲੱਗਦਾ। ਹੁਣ ਇਹ ਜਿਹੜੇ ਕਾਬਲੇ ਸਾਰੇ ਲੱਗੇ ਨੇ ਇਹ ਪੇਂਟ ਦੇ ਵਿੱਚ ਪੇਂਟ ਹੋ ਜਾਂਦੇ ਨੇ, ਉਸ ਤੋਂ ਬਾਅਦ ਕਾਬਲੇ ਸਾਰੇ ਹੀ ਖੁੱਲਦੇ ਨੇ, ਖੁੱਲ ਕੇ ਤੇ ਦੁਬਾਰਾ ਫਿਟਿੰਗ ਹੁੰਦੀ ਹੈ। ਹੁਣ ਦੇਖੋ ਸਾਰਾ ਇਹ ਕਾਬਲਾ ਸਿਲਵਰ ਰੰਗ ਨਹੀਂ ਲੱਗਾ ਇਹਨੂੰ, ਇਹ ਮੁਕੰਮਲ KDM ਹੋਇਆ ਹੈ ਤੇ ਇਹ ਹਰ ਚੀਜ਼ ਜਿੱਥੇ ਜਿੱਥੇ ਕਾਬਲਾ ਤੁਹਾਨੂੰ ਨਜ਼ਰ ਆਏਗਾ ਸਾਰਾ KDM ਲੱਗਾ। ਪਹਿਲੇ ਵਾਲਾ ਕਾਬਲਾ ਅਸੀਂ ਖੋਲ ਦਈਦਾ ਤੇ ਦੁਬਾਰਾ ਕਾਬਲਾ ਲਗਾਈਦਾ। ਉਸ ਤੋਂ ਬਾਅਦ ਜਿਹੜਾ ਸਾਡਾ ਪੇਂਟ ਕਰਨ ਦਾ ਤਰੀਕਾਕਾਰ ਹੈ, ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਉੱਤੇ ਫਿੱਟ ਹੋਈਆਂ ਨੇ ਨਾ, ਇਹ ਸਾਰੀਆਂ ਖੁੱਲ ਜਾਂਦੀਆਂ ਨੇ। ਇਹ ਖੁੱਲਣ ਤੋਂ ਬਾਅਦ ਅੰਦਰੋਂ ਵੀ ਰੰਗ ਹੁੰਦੀਆਂ ਨੇ, ਉਸ ਤੋਂ ਬਾਅਦ ਦੁਬਾਰਾ ਇਹਨੂੰ ਫਿਟਿੰਗ ਕੀਤੀ ਜਾਂਦੀ ਹੈ। ਉਹਦੇ ਨਾਲ ਜਿਹੜਾ ਸਾਡਾ ਜ਼ਿਮੀਂਦਾਰ ਹੈ, ਫਾਰਮਰ ਹੈ, ਉਹਦੀ ਚੀਜ਼ ਅੰਦਰ ਜ਼ੰਗ ਲੱਗਣ ਤੋਂ ਬਚ ਜਾਂਦੀ ਹੈ, ਉਹਦੀ ਜਿਹੜੀ ਲਾਈਫ ਹੈ ਵੱਧ ਜਾਂਦੀ ਹੈ। ਫਿਰ ਕੰਪਾਊਂਡਡ ਕਲਰ ਨੇ ਮੁਕੰਮਲ, ਸਾਲ ਬਾਅਦ 6 ਮਹੀਨੇ ਬਾਅਦ ਗੱਡੀ ਵਾਲੇ ਨੂੰ ਮੰਗਾ ਕੇ ਜਾਂ ਆਪ ਹੀ ਗੱਡੀ ਪਕੜ ਕੇ ਅੱਧਾ ਘੰਟਾ ਲਾ ਕੇ ਇਹਨੂੰ ਕੰਪਾਊਂਡ ਦੁਬਾਰਾ ਮਾਰ ਦਿਓ ਤੇ ਇੰਜ ਦੀ ਇੰਜ ਸ਼ਾਈਨ ਹੋ ਜਾਏਗੀ। ਸਾਜਿਦ ਭਾਈ ਆ ਮੈਂ ਦੇਖਿਆ ਤੁਸੀਂ ਆ ਹਰ ਜਗ੍ਹਾ ਤੇ ਲਾਈਆਂ ਨੇ ਪੱਤਰੀਆਂ ਜੀਆਂ ਜੀ, ਇਹ ਕੀ ਹਿਸਾਬ ਇੱਥੇ ਇਹ ਸਰ ਮੁਕੰਮਲ ਇੰਡੀਕੇਸ਼ਨ, ਮੁਕੰਮਲ ਉਹਨਾਂ ਨੂੰ ਜ਼ਿਮੀਂਦਾਰ ਨੂੰ ਸਾਨੂੰ ਬਾਰ-ਬਾਰ ਕਾਲ ਨਾ ਕਰੇ, ਉਹਨੂੰ ਦੱਸ ਦਿੱਤਾ ਜਾਂਦਾ ਕਿ ਇੱਥੇ ਇਹਦਾ ਬੈਰਿੰਗ, ਸੀਲ, ਰਿਮ ਸਾਈਜ਼, ਟਾਇਰ ਸਾਈਜ਼, ਹਰ ਚੀਜ਼ ਇੱਥੇ ਪ੍ਰਿੰਟ ਹੈ। ਅੱਛਾ ਜੀ, ਵਾਹ। ਬਾਕੀ ਚੀਜ਼ਾਂ ਸਾਡਾ ਮਾਡਲ ਨੰਬਰ, ਕੁਆਂਟੀਟੀ ਨੰਬਰ ਲੇਜ਼ਰ ਦੀ, ਡੇਟ ਡਿਲੀਵਰੀ ਦੀ, ਉਹ ਐਡਰੈਸ ਵਗੈਰਾ ਉਹ ਇੱਥੇ ਪ੍ਰਿੰਟ ਹੈ। ਉਸ ਤੋਂ ਬਾਅਦ ਇਹਦੇ ਵਿੱਚ ਕੀ ਕੀ ਇਸਤੇਮਾਲ ਹੋ ਰਿਹਾ, ਇਸ ਮਾਡਲ ਨੂੰ ਕਿੰਨੀ ਪਾਵਰ ਚਾਹੀਦੀ ਹੈ, ਇਹਦੇ ਵਿੱਚ ਕਿੰਨਾ ਕਰੰਟ ਜਾਏਗਾ, ਇਹਨੂੰ ਪੈਪ ਕਿਹੜਾ ਇਸਤੇਮਾਲ ਹੋਇਆ, ਇਹਦਾ ਕਿੰਨਾ ਵਜ਼ਨ ਹੈ, ਇਹਦੀ ਹੁੱਕ ਦੇ ਵਿੱਚ ਕਿੰਨੀਆਂ ਐਡਜਸਟਾਂ ਨੇ, ਇਹਨੂੰ ਮੁਕੰਮਲ ਇੱਥੇ ਬਰੀਫ ਕੀਤਾ ਗਿਆ। ਮਤਲਬ ਕਿ ਵਜ਼ਨ ਇਹਦਾ ਇਸ ਟਾਈਮ ਤੇ 1300 kg ਤਕਰੀਬਨ ਐਸਟੀਮੇਟਡ 1300 kg, ਯਾਨੀ ਕਿ ਤੁਸੀਂ ਆ ਨਾਲ ਡਿਟੇਲ ਬੁੱਕ ਨਹੀਂ ਦਿੰਦੇ, ਬਕਾਇਦਾ ਤੌਰ ਤੇ ਉੱਤੇ ਹੀ ਮੈਂਸ਼ਨ ਕੀਤੀ ਯਾਰ, ਬੁੱਕ ਵੀ ਦਿੱਤੀ ਜਾਂਦੀ ਹੈ, ਉੱਪਰ ਵੀ ਮੈਂਸ਼ਨ ਕੀਤਾ ਜਾਂਦਾ ਹੈ। ਵੈਰੀ ਗੁੱਡ। ਬਾਕੀ ਹੁਣ ਸਾਜਿਦ ਭਾਈ ਗੱਲ ਆਪਾਂ ਹੁਣ ਖਤਮ ਕਰੀਏ, ਇਹ 25 ਮਾਡਲ ਦੇ ਵਿੱਚ ਥੋੜੀ ਕੀਮਤਾਂ ਬਾਰੇ ਦੱਸ ਦਿਓ, ਐਸਟੀਮੇਟ ਕੀ ਕੀਮਤਾਂ ਚੱਲ ਰਹੀਆਂ ਨੇ ਜਾਂ ਅਦਲ ਬਦਲ ਹੋਇਆ ਵਾ ਪਹਿਲੇ ਨਾਲ? ਅਪ ਐਂਡ ਡਾਊਨ ਹੁੰਦੀਆਂ ਰਹਿੰਦੀਆਂ ਨੇ ਜੀ ਜੀ, ਤੇ ਐਸਟੀਮੇਟ ਹੀ ਦਿੱਤਾ ਜਾ ਸਕਦਾ ਹੈ। ਜੀ ਜੀ, ਐਸਟੀਮੇਟ ਹੀ। ਤੇ ਉਹ ਬਾਜ਼ਗਾਤ ਸਾਲ ਪੁਰਾਣੀ ਵੀਡੀਓ ਹੁੰਦੀ ਹੈ ਤੇ ਕਸਟਮਰ ਸਾਡਾ ਜ਼ਿੱਦ ਕਰ ਰਿਹਾ ਹੁੰਦਾ, ਜਦੋਂ ਮੈਂ ਵੀਡੀਓ ਵੇਖੀ ਸੀ ਉਦੋਂ ਰੇਟ ਹੋਰ ਸੀ। ਤਕਰੀਬਨ ਐਸਟੀਮੇਟਡ ਜਿਹੜਾ ਰੇਟ ਹੈ 13.5 ਲੱਖ ਤੱਕ ਚੱਲ ਰਿਹਾ ਜੀ ਇਸ ਵਾਲੇ ਮਾਡਲ ਦਾ। ਫਿਰ ਅੱਗੇ ਐਡਜਸਟੇਬਲ ਦਾ 16.5 ਲੱਖ ਰੁਪਏ ਚੱਲ ਰਿਹਾ। ਇਸ ਤਰ੍ਹਾਂ ਫਿਰ ਰੇਟ ਅਪ ਵੀ ਜਾਂਦੇ ਨੇ। ਫਿਰ ਸਾਡੇ ਕੋਲ 8.5 ਲੱਖ ਵਾਲਾ ਵੀ ਹੈ, 985 ਵਾਲਾ, 1040 ਵਾਲਾ ਵੀ ਹੈ। ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਜ਼ਰੂਰਤ ਹੈ, ਉਹ 8.5 ਤੋਂ 1040 ਤੱਕ ਸਾਡੇ ਕੋਲ ਟੌਪ ਦਾ ਮਾਡਲ ਹੋਏਗਾ ਜੀ। ਬਾਕੀ ਵੈਸੇ ਮਾਰਕੀਟ ਹੈ ਜਿਹੜੇ ਲੇਜ਼ਰ ਉਹ 6.5 ਵਾਲੇ ਵੀ ਨੇ, 6.20 ਵਾਲੇ ਵੀ ਨੇ, 6.5, ਲੇਕਿਨ ਜਿਸ ਤਰ੍ਹਾਂ ਦੀ ਚੀਜ਼ ਹੁੰਦੀ ਬਈ ਪੈਸੇ ਉਸ ਹਿਸਾਬ ਦੇ ਹੁੰਦੇ ਨੇ। ਠੀਕ। ਸਾਜਿਦ ਭਾਈ ਮਜ਼ੀਦ ਆਪਣਾ ਐਡਰੈਸ, ਰਾਬਤਾ ਨੰਬਰ ਸ਼ੇਅਰ ਕਰ ਦਿਓ ਤੇ ਬੁਕਿੰਗ ਦਾ ਦੌਰਾਨੀਆਂ ਦੱਸ ਦਿਓ, ਕਿੰਨੀ ਦੇਰ ਬਾਅਦ ਇਹਨੂੰ ਤਿਆਰ ਕਰ ਦਿਓ। ਸਭ ਤੋਂ ਪਹਿਲੇ ਤਾਂ ਸਾਡੀ ਜਿਹੜੀ ਬੁਕਿੰਗ ਹੈ ਭਾਈ ਉਹ ਵਾਲਾ ਜੀ, ਉਹ ਸਾਡੀ 80% ਬੁਕਿੰਗ ਆਨਲਾਈਨ ਹੁੰਦੀ ਹੈ ਜੀ ਜੀ। ਔਰ ਅਲਹਮਦੁਲਿਲਾ ਜਿਹੜਾ ਬੰਦਾ ਸਾਡੇ ਕੋਲ ਆ ਰਿਹਾ ਤੇ ਜਿਹੜਾ ਬੰਦਾ ਸਾਡੇ ਕੋਲ ਆਨਲਾਈਨ ਬੁੱਕ ਕਰਾ ਰਿਹਾ, ਉਹਨੂੰ ਚੀਜ਼ ਦਾ ਸਟੈਂਡਰਡ ਸੇਮ ਮਿਲੇਗਾ।
ਇਹ ਮੈਂ ਤੁਹਾਡੇ ਰਾਹੀਂ ਜਿਹੜਾ ਵਾਅਦਾ ਕਰਨਾ, ਕੋਈ ਕੰਪਰੋਮਾਈਜ਼ ਨਹੀਂ ਹੋਣ ਲੱਗਾ। ਜਿਹੜਾ ਨਹੀਂ ਆ ਸਕਦਾ ਆਪਦਾ ਟਾਈਮ ਬਚਾਵੇ ਤੇ ਉਹ ਬੁੱਕ ਕਰਾ ਸਕਦਾ। ਉਹ ਬੁੱਕ ਕਰਾਉਣ ਦਾ 30-40% ਹੁੰਦੇ ਨੇ, ਐਡਵਾਂਸ ਬੁਕਿੰਗ ਹੁੰਦੀ ਹੈ। ਉਹਦੇ ਵਿੱਚ ਉਹ ਆਈਡੀ ਕਾਰਡ ਨੰਬਰ ਵਗੈਰਾ, ਆਪਦਾ ਐਡਰੈਸ ਵਗੈਰਾ ਸਾਨੂੰ ਸੈਂਡ ਕਰੇਗਾ, ਉਹਦੀ ਫਾਈਲ ਬਣਾ ਕੇ ਉਹਨੂੰ ਫੌਰਨ WhatsApp ਕਰ ਦਿੱਤੀ ਜਾਏਗੀ। ਉਹ ਬਾਹਰ ਬੈਠਾ ਹੈ ਜਾਂ ਓਵਰਸੀਜ਼ ਨੇ, ਓਵਰਸੀਜ਼ ਨਾਲ ਵੈਸੇ ਹੀ ਆਪਾਂ ਨੂੰ ਪਿਆਰ ਹੈ, ਕਿਉਂਕਿ ਇਸ ਟਾਈਮ ਤੇ ਮੁਲਕ ਨੂੰ ਧੱਕਾ ਹੀ ਉਹਨਾਂ ਵਿਚਾਰਿਆਂ ਲਾਇਆ ਹੈ। ਘਰੋਂ ਬਾਹਰ ਬੈਠੇ ਨੇ ਤੇ ਸਾਡੇ ਲਈ ਜਿਹੜਾ ਨਾ ਮੁਲਕ ਨੂੰ ਸਟੇਬਲ ਕਰ ਰਹੇ ਨੇ। ਉਹਨਾਂ ਲਈ ਵੀ ਸਾਡੀ ਆਪਸ਼ਨ ਇਹ ਹੈ ਕਿ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਸਾਨੂੰ ਬੁੱਕ ਕਰਾਓ। ਤੇ ਦੁਰਾਨੀਆਂ ਜਿਹੜਾ ਇਸ ਟਾਈਮ ਤੇ ਪਹਿਲੇ 40-45 ਦਿਨ ਦਾ ਸੀ, ਤੇ ਇਸ ਟਾਈਮ ਤੇ ਅਸੀਂ ਡਬਲ ਸ਼ਿਫਟ ਕੀਤੀ ਹੋਈ ਹੈ, 2 ਵਰਕਸ਼ਾਪਾਂ ਚੱਲ ਗਈਆਂ ਨੇ। ਇਸ ਟਾਈਮ ਤੇ ਸਾਡਾ ਦੁਰਾਨੀਆਂ 20 ਤੋਂ 25 ਦਿਨ ਦਾ ਹੋ ਗਿਆ। ਠੀਕ ਹੋ ਗਿਆ। ਤੇ 20-25 ਦਿਨ ਕੋਈ ਏਡਾ ਖਾਸ ਟਾਈਮ ਨਹੀਂ ਹੈ। ਜਿੰਨੇ ਅਗਰ ਲੈਣਾ ਹੈ, ਉਹ ਸੋਚ ਰਿਹਾ ਤੇ ਉਹ ਬੁਕਿੰਗ ਲੱਖ ਰੁਪਏ ਨਾਲ ਵੀ ਬੁਕਿੰਗ ਅਸੀਂ ਕਰ ਲਈਦੀ ਹੈ, ਤੇ ਉਹ ਬੁਕਿੰਗ ਕਰਵਾ ਸਕਦਾ ਹੁੰਦਾ। ਤੇ ਬਾਕੀ ਉਹਨੂੰ ਇਨਸ਼ਾਅੱਲਾ 20 ਤੋਂ 25 ਦਿਨ ਦੇ ਵਿੱਚ ਬਿਲਕੁਲ ਇਨਸ਼ਾਅੱਲਾ ਤਾਲਾ ਡਿਲੀਵਰ ਹੋਏਗਾ। ਇਹਨਾਂ ਬੰਦਿਆਂ ਦਾ ਜਿਹੜਾ ਟਾਈਮ ਉੱਥੇ ਲਿਖਿਆ ਹੋਇਆ ਸੀ ਉਹ 5 ਤਰੀਕ ਸੀ, ਤੇ ਰਾਤ ਨੂੰ ਲੇਜ਼ਰ ਇਹਨਾਂ ਕੋਲ ਪਹੁੰਚ ਗਿਆ ਸੀ। ਹਾਂ, ਕੋਈ ਇੱਕ ਅੱਧੇ ਦਿਨ ਦੀ ਹੋ ਜਾਂਦੀ ਹੈ ਮੌਸਮ ਦੀ ਵਜ੍ਹਾ ਤੋਂ, ਜਾਂ ਅੱਗੇ ਪਿੱਛੇ ਹੋ ਜਾਂਦਾ, ਗੱਡੀਆਂ ਵੇਲ ਨਹੀਂ ਆਉਂਦੀਆਂ ਡਿਲੀਵਰੀ ਵਾਲੀਆਂ, ਤੇ ਉਹ ਥੋੜਾ ਜਿਹਾ ਬਣ ਜਾਂਦਾ, ਲੇਕਿਨ ਬਹੁਤ ਜ਼ਿਆਦਾ ਦੇਰ ਨਹੀਂ ਹੋਣ ਲੱਗੀ। ਬਾਕੀ ਸਾਜਿਦ ਭਾਈ ਆਪਣਾ ਐਡਰੈਸ ਤੇ ਰਾਬਤਾ ਨੰਬਰ ਸ਼ੇਅਰ ਕਰ ਦਿਓ। ਐਡਰੈਸ ਹੈੱਡ ਆਫਿਸ ਜਿਹੜੇ ਆਫਿਸ ਦੇ ਵਿੱਚ ਮੈਂ ਬੈਠਣਾ ਵਾ, ਉਹ ਦੀਪਾਲਪੁਰ ਤੋਂ ਨਿਕਲੀਏ ਉਕਾੜਾ ਨੂੰ, ਤੇ 3 ਕਿਲੋਮੀਟਰ ਨਿਕਲੀਏ ਜਦੋਂ ਉਕਾੜਾ ਰੋਡ ਤੇ ਬਾਈਪਾਸ ਆ ਜਾਂਦਾ। ਬਾਈਪਾਸ ਤੇ ਸੋਭਾ ਰਾਮ ਸਟਾਪ ਦੇ ਉੱਤੇ ਆਪਣਾ ਮਲਟੀ ਲੇਜ਼ਰ ਸੋਲਿਊਸ਼ਨ ਐਂਡ ਵੀਰ ਐਗਰੋ ਸਰਵਿਸਿਜ਼ ਦਾ ਦਫ਼ਤਰ ਹੈ ਜੀ। ਤੇ ਨੰਬਰ ਜਿਹੜਾ 0302 49 33 841, 0302 49 33 841, 0300 ਪੂਰਾ 49 49 099। ਠੀਕ ਹੈ ਸਾਜਿਦ ਭਾਈ, ਬਹੁਤ ਮਿਹਰਬਾਨੀ ਜੀ, ਬਹੁਤ ਜਜ਼ਾਕ ਅੱਲਾ ਜੀ।